प्यारे विद्यार्थियों, ਤੁਹਾਡੇ ਸਿਲੇਬਸ ਵਿੱਚ ਜਿਹੜਾ ਤੁਹਾਡਾ ਸਿਲੇਬਸ ਹੈ ਇਹਦਾ ਜਿਹੜਾ ਪਹਿਲਾ ਭਾਗ ਹੈ ਮੇਨਲੀ ਉਹ ਹੈਗਾ ਡਾਟਾਬੇਸ ਮੈਨੇਜਮੈਂਟ ਸਿਸਟਮ। ਤੋ ਡਾਟਾਬੇਸ ਮੈਨੇਜਮੈਂਟ ਸਿਸਟਮ ਦੀ ਅਸੀਂ ਜਦੋਂ ਗੱਲ ਕਰਦੇ ਹਾਂ ਤਾਂ ਇਹਦਾ ਮਤਲਬ ਇਹ ਹੈਗਾ ਵਾ ਕਿ ਅਸੀਂ ਕੰਪਿਊਟਰ ਦੇ ਰਾਹੀਂ ਇੱਕ ਮੈਕੈਨਿਜ਼ਮ ਯੂਜ਼ ਕਰਦੇ ਹਾਂ ਜਿਸ ਦੀ ਹੈਲਪ ਨਾਲ ਅਸੀਂ ਇਨਫੋਰਮੇਸ਼ਨ ਨੂੰ ਕੰਪਿਊਟਰ ਵਿੱਚ ਸਟੋਰ ਕਰਦੇ ਹਾਂ ਅਤੇ ਮੈਨੇਜ ਕਰਦੇ ਹਾਂ ਤਾਂ ਕਿ ਅਸੀਂ ਕਿਸੇ ਵੀ ਪਰਟੀਕੂਲਰ ਮੂਮੈਂਟ ਆਫ ਟਾਈਮ ਜਿਹੜਾ ਹੈਗਾ ਵਾ ਕੋਈ ਵੀ ਰਿਕਾਰਡ ਜਿਹੜਾ ਉਹਨੂੰ ਪੜ੍ਹ ਸਕੀਏ ਜਾਂ ਕੰਪਿਊਟਰ ਦੇ ਵਿੱਚ ਲਿਖ ਸਕੀਏ ਜਾਂ ਉਹਦਾ ਵਿਊ ਕਰ ਸਕੀਏ। ਤਾਂ ਅਸੀਂ ਕਹਿ ਸਕਦੇ ਹਾਂ ਕਿ ਡਾਟਾਬੇਸ ਮੈਨੇਜਮੈਂਟ ਸਿਸਟਮ ਉਹ ਸਿਸਟਮ ਹੈਗਾ ਵਾ ਜਿਹੜਾ ਇਨਫੋਰਮੇਸ਼ਨ ਨੂੰ ਮੈਨੇਜ ਕਰਨ ਦੇ ਲਈ ਯੂਜ਼ ਕੀਤਾ ਜਾਂਦਾ ਹੈ। ਤੋ ਅਸੀਂ ਜਿਹੜਾ ਹੈਗਾ ਵਾ ਡਾਟਾਬੇਸ ਮੈਨੇਜਮੈਂਟ ਸਿਸਟਮ ਦੀ ਡਿਟੇਲ ਦੇ ਵਿੱਚ ਜਾਈਏ। ਸਭ ਤੋਂ ਪਹਿਲਾਂ ਸਾਨੂੰ ਜਾਣਨਾ ਜ਼ਰੂਰੀ ਹੈ ਕਿ ਡਾਟਾਬੇਸ ਮੈਨੇਜਮੈਂਟ ਸਿਸਟਮ ਦੇ ਆਬਜੈਕਟਿਵਸ ਕੀ ਹੈਗੇ ਆ। ਤੋ ਆਬਜੈਕਟਿਵਸ ਬੇਸਿਕਲੀ ਇਹ ਹੈਗੇ ਆ ਕਿ ਆਬਜੈਕਟਿਵਸ ਨੂੰ ਅਸੀਂ ਨਿਸ਼ਾਨੇ ਕਹਿ ਸਕਦੇ ਹਾਂ ਕਿ ਡਾਟਾਬੇਸ ਮੈਨੇਜਮੈਂਟ ਸਿਸਟਮ ਦੇ ਨਿਸ਼ਾਨੇ ਕੀ ਆ। ਸਾਨੂੰ ਪਤਾ ਹੋਵੇ ਕਿ ਨਾਓ ਡੇਜ਼ ਜਿਹੜੀਆਂ ਹੈਗੀਆਂ ਵਾ ਸੌਫਟਵੇਅਰ ਯੂਜ਼ ਕੀਤੇ ਜਾਂਦੇ ਆ ਕੰਪਿਊਟਰਸ ਦੇ ਵਿੱਚ ਇਨਫੋਰਮੇਸ਼ਨ ਨੂੰ ਮੈਨੇਜ ਕਰਨ ਲਈ, ਔਰ ਕੰਪਨੀਆਂ ਜਿਹੜੀਆਂ ਹੈਗੀਆਂ ਉਹ ਜਿਹੜੀਆਂ ਬਿਜ਼ਨਸ ਕਰਦੀਆਂ ਵਾ ਉਹ ਕੰਪਿਊਟਰਸ ਯੂਜ਼ ਕਰਦੀਆਂ ਵਾ ਤਾਂ ਇਨਫੋਰਮੇਸ਼ਨ ਨੂੰ ਪ੍ਰੋਸੈਸ ਕਰਨ ਲਈ। ਅਗਰ ਉਹਨਾਂ ਦੇ ਕੋਲ ਕੋਈ ਡਾਟਾਬੇਸ ਮੈਨੇਜਮੈਂਟ ਸਿਸਟਮ ਨਾ ਹੋਵੇ ਤਾਂ ਉਹ ਜਿਹੜੀ ਆ ਆਪਣੀ ਇਨਫੋਰਮੇਸ਼ਨ ਆ ਸਹੀ ਸਮੇਂ 'ਤੇ ਸਹੀ ਤਰੀਕੇ ਨਾਲ ਪ੍ਰੋਸੈਸ ਅਤੇ ਫਾਸਟਲੀ ਪ੍ਰੋਸੈਸ ਨਹੀਂ ਕਰ ਸਕਦੇ। ਅਤੇ ਇਸ ਕਰਕੇ ਜਿਹੜੇ ਹੈਗੇ ਆ ਸੌਫਟਵੇਅਰ ਕੰਪਨੀਜ਼ ਡਾਟਾਬੇਸ ਮੈਨੇਜਮੈਂਟ ਸਿਸਟਮ ਜਿਹੜੇ ਆ ਉਹ ਬਣਾਉਂਦੀਆਂ ਵਾ। ਅਤੇ ਇਹ ਡਾਟਾਬੇਸ ਮੈਨੇਜਮੈਂਟ ਸਿਸਟਮ ਦੇ ਜਿਹੜੇ ਮੁੱਖ ਨਿਸ਼ਾਨੇ ਆ ਉਹ ਇਹ ਹੈਗੇ ਆ ਕਿ ਤਾਂ ਕਿ ਬਿਜ਼ਨਸ ਕੰਪਨੀਜ਼ ਜਿਹੜੀਆਂ ਹੈਗੀਆਂ ਵਾ ਉਹ ਸਹੀ ਸਮੇਂ ਸਿਰ ਡਾਟੇ ਨੂੰ ਜਿਹੜਾ ਹੈਗਾ ਵਾ ਪ੍ਰੋਸੈਸ ਕਰਕੇ ਸਹੀ ਡਿਸੀਜ਼ਨ ਜਿਹੜੇ ਹੈਗੇ ਆ ਉਹ ਲੈ ਸਕਣ। ਅਤੇ ਡਾਟਾਬੇਸ ਮੈਨੇਜਮੈਂਟ ਸਿਸਟਮ ਜਿਹੜਾ ਹੈਗਾ ਵਾ ਇਹ ਸਕੂਲ, ਕਾਲਜਸ, ਯੂਨੀਵਰਸਿਟੀਜ਼ ਅਤੇ ਰੇਲਵੇ ਰਿਜ਼ਰਵੇਸ਼ਨ ਸਿਸਟਮ, ਲਾਇਬ੍ਰੇਰੀ, ਹੌਸਪੀਟਲ, ਟੈਲੀਕਮਿਊਨੀਕੇਸ਼ਨ, ਮੈਨੂਫੈਕਚਰਿੰਗ, ਮਾਲਸ, ਔਨਲਾਈਨ ਸ਼ਾਪਿੰਗ, ਇਹ ਸਾਰੇ ਦਾ ਜਿਹੜਾ ਡਾਟਾ ਹੈਗਾ ਵਾ ਇਹਨਾਂ ਸਾਰਿਆਂ ਖੇਤਰਾਂ ਦਾ ਜਿਹੜਾ ਡਾਟਾ ਵਾ ਉਹਨਾਂ ਨੂੰ ਪ੍ਰੋਸੈਸ ਕਰਨ ਲਈ ਅਤੇ ਉਸ ਡਾਟੇ ਨੂੰ ਸਟੋਰ ਕਰਨ ਵਾਸਤੇ ਯੂਜ਼ ਕੀਤਾ ਜਾਂਦਾ ਹੈ। ਅਤੇ ਡਾਟਾਬੇਸ ਮੈਨੇਜਮੈਂਟ ਸਿਸਟਮ ਜਿਹੜਾ ਹੈਗਾ ਵਾ ਇਹਦਾ ਮੇਨ ਇਹੋ ਹੀ ਆਬਜੈਕਟਿਵ ਆ ਕਿ ਇਸ ਡਾਟੇ ਇਹਨਾਂ ਖੇਤਰਾਂ ਦੇ ਡਾਟੇ ਨੂੰ ਚੰਗੀ ਤਰ੍ਹਾਂ ਪ੍ਰੋਸੈਸ ਕਰਕੇ ਉਹਦੀ ਸਹੀ ਇਨਫੋਰਮੇਸ਼ਨ ਪ੍ਰੋਡਿਊਸ ਕਰਕੇ ਯੂਜ਼ਰ ਦੇ ਸਾਹਮਣੇ ਪੇਸ਼ ਕੀਤੀ ਜਾਵੇ। ਜੇ ਅਸੀਂ ਇਹਨੂੰ ਹੋਰ ਜਿਹੜਾ ਸਿਸਟੇਮੈਟਿਕ ਤਰੀਕੇ ਦੇ ਨਾਲ ਵੇਖਿਆ ਜਾਵੇ ਤਾਂ ਜਿਹੜਾ ਡਾਟਾਬੇਸ ਮੈਨੇਜਮੈਂਟ ਸਿਸਟਮ ਆ ਇਹਦੇ ਮੇਨਲੀ ਆਬਜੈਕਟਿਵਸ ਹੈਗੇ ਆ। ਅਤੇ ਜਿਹੜਾ ਹੈਗਾ ਵਾ ਇੱਕ ਸੌਫਟਵੇਅਰ ਇੰਜੀਨੀਅਰ ਜਿਹੜਾ ਹੈਗਾ ਵਾ ਉਹ ਡਾਟਾਬੇਸ ਮੈਨੇਜਮੈਂਟ ਸਿਸਟਮ ਬਣਾਉਂਦਾ ਵਾ ਇਹਨਾਂ ਕੰਮਾਂ ਨੂੰ ਕਰਨ ਵਾਸਤੇ ਜਾਂ ਇਹਨਾਂ ਨਿਸ਼ਾਨਿਆਂ ਦੀ ਪੂਰਤੀ ਨੂੰ ਪੂਰਾ ਕਰਨ ਲਈ। ਜਿਸ ਤਰ੍ਹਾਂ ਪਹਿਲਾ ਹੈਗਾ ਸਟੋਰ ਦਾ ਡਾਟਾ। ਸੋ ਡਾਟਾਬੇਸ ਮੈਨੇਜਮੈਂਟ ਦੀ ਸਿਸਟਮ ਦੀ ਹੈਲਪ ਦੇ ਨਾਲ ਅਸੀਂ ਜਿਹੜਾ ਡਾਟਾ ਵਾ ਉਹਨੂੰ ਸਟੋਰ ਕਰਦੇ ਹਾਂ। ਰਿਟਰੀਵ ਦਾ ਡਾਟਾ, ਜਿਹੜਾ ਡਾਟਾ ਅਸੀਂ ਸਟੋਰ ਕੀਤਾ ਵਾ ਕੰਪਿਊਟਰ ਦੀ ਹਾਰਡ ਡਿਸਕ ਦੇ ਵਿੱਚ, ਡਾਟਾਬੇਸ ਮੈਨੇਜਮੈਂਟ ਸਿਸਟਮ ਦੀ ਹੈਲਪ ਨਾਲ ਉਹਨੂੰ ਅਸੀਂ ਫੈਚ ਵੀ ਕਰ ਸਕਦੇ ਹਾਂ। ਫਿਰ ਅਪਡੇਟ ਔਰ ਮੋਡੀਫਾਈ ਦੇ ਰਿਕਾਰਡਸ, ਅਸੀਂ ਰਿਕਾਰਡਸ ਜਿਹੜੇ ਹੈਗੇ ਆ ਉਹਨਾਂ ਨੂੰ ਅਪਡੇਟ ਕਰ ਸਕਦੇ ਹਾਂ ਜਾਂ ਮੋਡੀਫਾਈ ਕਰ ਸਕਦੇ ਹਾਂ। ਮੋਡੀਫਾਈ ਦਾ ਮਤਲਬ ਅਸੀਂ ਰਿਕਾਰਡਸ ਦੇ ਵਿੱਚ ਜਿਹੜੀ ਹੈਗੀ ਆ ਦੇ ਵਿੱਚ ਬਦਲਾਵ ਲਿਆ ਸਕਦੇ ਹਾਂ। ਡਿਲੀਟ ਔਰ ਰਿਮੂਵ ਦਾ ਰਿਕਾਰਡ, ਅਸੀਂ ਕੋਈ ਵੀ ਪਰਟੀਕੂਲਰ ਰਿਕਾਰਡ ਜਿਹੜਾ ਹੈਗਾ ਅਤੇ ਪਰਟੀਕੂਲਰ ਮੂਵਮੈਂਟ ਆਫ ਟਾਈਮ ਅਸੀਂ ਰਿਕਾਰਡ ਜਿਹੜਾ ਹੈਗਾ ਉਹਨੂੰ ਡਿਲੀਟ ਕਰ ਸਕਦੇ ਹਾਂ। ਸ਼ੇਅਰ ਦਾ ਡਾਟਾ ਅਮੰਗ ਡਿਫਰੈਂਟ ਯੂਜ਼ਰਸ, ਡਾਟਾ ਜਿਹੜਾ ਹੈਗਾ ਵਾ ਡਿਫਰੈਂਟ ਯੂਜ਼ਰਸ ਦੇ ਵਿੱਚ ਜਿਹੜਾ ਹੈਗਾ ਉਹ ਸ਼ੇਅਰ ਕੀਤਾ ਜਾ ਸਕਦਾ। ਇਨਸ਼ੋਰ ਦਾ ਸਿਕਿਉਰਿਟੀ ਆਫ ਡਾਟਾ, ਸਾਨੂੰ ਪਤਾ ਵਾ ਕਿ ਜਿਹੜਾ ਡਾਟਾ ਹੁੰਦਾ ਵਾ ਇਹ ਬਹੁਤ ਹੀ ਜਿਹੜਾ ਕਿਸੇ ਕੰਪਨੀ ਵਾਸਤੇ ਮਹੱਤਵਪੂਰਨ ਹੁੰਦਾ ਵਾ ਅਤੇ ਕੰਪਨੀ ਇਸ ਗੱਲ ਦਾ ਖਾਸ ਖਿਆਲ ਰੱਖਦੀ ਹੈ ਕਿ ਉਹਦਾ ਡਾਟਾ ਜਾਂ ਉਹਦੀ ਜਿਹੜੀ ਇਨਫੋਰਮੇਸ਼ਨ ਹੈ ਕੋਈ ਜਿਹੜਾ ਹੈਗਾ ਚੁਰਾ ਨਾ ਲਵੇ, ਚੁਰਾ ਕੇ ਅਤੇ ਉਹਦੇ ਅਗੇਂਸਟ ਜਿਹੜਾ ਹੈਗਾ ਵਾ ਕੋਈ ਜਿਹੜਾ ਹੈਗਾ ਸਟੈਪ ਨਾ ਲੈ ਲਵੇ। ਇਸ ਕਰਕੇ ਡਾਟਾਬੇਸ ਮੈਨੇਜਮੈਂਟ ਸਿਸਟਮ ਦੇ ਥਰੂ ਜਿਹੜੀ ਹੈਗੀ ਡਾਟੇ ਨੂੰ ਪ੍ਰੋਟੈਕਸ਼ਨ ਦਿੱਤੀ ਜਾ ਸਕਦੀ ਆ ਤਾਂ ਕਿ ਡਾਟਾ ਜਿਹੜਾ ਹੈਗਾ ਵਾ ਉਹ ਚੋਰੀ ਹੋਣ ਤੋਂ ਬਚਾਇਆ ਜਾ ਸਕੇ ਜਾਂ ਕੋਈ ਰਿਕਾਰਡਸ ਨੂੰ ਡਿਲੀਟ ਨਾ ਕਰ ਦੇਵੇ, ਡਿਲੀਟ ਹੋਣ ਤੋਂ ਬਚਾਇਆ ਜਾ ਸਕੇ। ਰਿਕਵਰ ਦਾ ਡਾਟਾ ਇਨ ਕੇਸ ਆਫ ਫੇਲੀਅਰ, ਇੱਦਾਂ ਹੀ ਜਿਹੜਾ ਡਾਟਾ ਹੈਗਾ ਅਗਰ ਕੋਈ ਡਾਟਾ ਜਿਹੜਾ ਹੈਗਾ ਵਾ ਉਹ ਕਿਸੇ ਸਮੇਂ ਜਿਹੜਾ ਹੈਗਾ ਡਿਲੀਟ ਹੋ ਜਾਂਦਾ ਜਾਂ ਲੋਸਟ ਹੋ ਜਾਂਦਾ ਵਾ, ਡਾਟਾਬੇਸ ਮੈਨੇਜਮੈਂਟ ਸਿਸਟਮ ਦੀ ਹੈਲਪ ਦੇ ਨਾਲ ਅਸੀਂ ਉਹਨੂੰ ਰਿਕਵਰ ਵੀ ਕਰ ਸਕਦੇ ਹਾਂ। ਅਗਰ ਰਾਈਟ ਐਪਲੀਕੇਸ਼ਨ ਪ੍ਰੋਗਰਾਮਸ ਬੇਸਡ ਔਨ ਦਾ ਡਾਟਾ, ਅਤੇ ਜਿਹੜਾ ਡਾਟਾਬੇਸ ਮੈਨੇਜਮੈਂਟ ਸਿਸਟਮ ਦੀ ਹੈਲਪ ਦੇ ਨਾਲ ਅਸੀਂ ਜਿਹੜਾ ਡਾਟਾ ਸਟੋਰ ਕਰਦੇ ਹਾਂ
ਸਾਡੇ ਕੋਲ ਕੁਝ ਕੁ ਰਿਲੇਸ਼ਨ ਡਾਟਾਬੇਸ ਮੈਨੇਜਮੈਂਟ ਸਿਸਟਮ ਹੁੰਦੇ ਆ ਜਿਨ੍ਹਾਂ ਦੀ ਹੈਲਪ ਦੇ ਨਾਲ ਅਸੀਂ ਜਿਹੜੇ ਹੈਗੇ ਐਪਲੀਕੇਸ਼ਨ ਪ੍ਰੋਗਰਾਮ ਵੀ ਡਿਵੈਲਪ ਕਰ ਸਕਦੇ ਹਾਂ ਉਸ ਡਾਟੇ ਦੇ ਉੱਤੇ, ਤਾਂ ਕਿ ਉਸ ਡਾਟੇ ਨੂੰ ਪ੍ਰੋਪਰਲੀ ਅਸੀਂ ਰਿਟਰੀਵ ਕਰ ਸਕੀਏ, ਰਿਕਾਰਡਸ ਨੂੰ ਡਿਲੀਟ ਕਰ ਸਕੀਏ, ਜਾਂ ਰਿਕਾਰਡਸ ਨੂੰ ਮੋਡੀਫਾਈ ਕਰ ਸਕੀਏ, ਜਾਂ ਰਿਕਾਰਡ ਨੂੰ ਵਿਊ ਕਰ ਸਕੀਏ। ਤੋ ਇਹਨਾਂ ਸਾਰੇ ਜਿਹੜੇ ਪੁਆਇੰਟਸ ਹੈਗੇ ਆ, ਇਹਨਾਂ ਦੀ ਪੂਰਤੀ ਕਰਨ ਲਈ ਇੱਕ ਡਾਟਾਬੇਸ ਮੈਨੇਜਮੈਂਟ ਸਿਸਟਮ ਜਿਹੜਾ ਹੈਗਾ ਵਾ ਉਹ ਬਹੁਤ ਜ਼ਰੂਰੀ ਹੈ। ਤੋ ਅਗਲੀ ਗੱਲ ਜਿਹੜੀ ਹੈਗੀ ਆ, ਵਾਟ ਇਜ਼ ਡਿਫਰੈਂਸ ਬਿਟਵੀਨ ਡਾਟਾ ਐਂਡ ਇਨਫੋਰਮੇਸ਼ਨ। ਡਾਟਾ ਜਿਹੜਾ ਹੁੰਦਾ ਸਾਡਾ ਉਹ ਰਾ ਫੈਕਟਸ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਪ੍ਰੋਸੈਸ ਨਹੀਂ ਕੀਤਾ ਹੁੰਦਾ। ਜਿਸ ਤਰ੍ਹਾਂ ਇਹ ਜਿਹੜੇ ਇਮੇजेस ਦੇ ਨਾਲ ਰਿਲੇਟਡ ਹੋ ਸਕਦੇ ਆ, ਵਰਡਸ ਹੋ ਸਕਦੇ ਆ, ਸਾਊਂਡ ਹੋ ਸਕਦੀ ਆ, ਨੰਬਰਸ ਹੋ ਸਕਦੇ ਆ। ਪਰ ਜਦੋਂ ਅਸੀਂ ਇਹਨਾਂ ਨੂੰ ਕੰਪਿਊਟਰ ਦੇ ਵਿੱਚ ਚੰਗੀ ਤਰ੍ਹਾਂ ਪ੍ਰੋਸੈਸ ਕਰਕੇ ਇੱਕ ਵਧੀਆ ਐਫੀਸ਼ੀਐਂਟ ਜਿਹੜੀ ਹੈਗਾ ਐਫੀਸ਼ੀਐਂਟ ਜਿਹੜਾ ਹੈਗਾ ਡਾਟਾ ਤਿਆਰ ਕਰ ਲੈਂਦੇ ਆ, ਤੇ ਉਹ ਡਾਟਾ ਜਿਹੜਾ ਹੁੰਦਾ ਇਨਫੋਰਮੇਸ਼ਨ ਬਣ ਜਾਂਦਾ ਵਾ। ਤੇ ਉਸ ਇਨਫੋਰਮੇਸ਼ਨ ਨੂੰ ਜਿਹੜਾ ਹੈਗਾ ਵਾ ਡਿਸੀਜ਼ਨ ਮੇਕਿੰਗ ਵਾਸਤੇ ਯੂਜ਼ ਕੀਤਾ ਜਾ ਸਕਦਾ। ਜਾਂ ਦੂਜੇ ਲਫ਼ਜ਼ਾਂ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਇਨਫੋਰਮੇਸ਼ਨ ਇਜ਼ ਡੇਟਾ ਦੈਟ ਹੈਜ਼ ਬੀਨ ਕਨਵਰਟਡ ਇਨਟੂ ਏ ਮੋਰ ਯੂਜ਼ਫੁਲ ਔਰ ਇੰਟੈਲੀਜੈਂਟ ਫਾਰਮ। ਜਦੋਂ ਅਸੀਂ ਡਾਟੇ ਨੂੰ ਕਿਸੇ ਇੰਟੈਲੀਜੈਂਟ ਫਾਰਮ ਦੇ ਵਿੱਚ ਕਨਵਰਟ ਕਰ ਲੈਂਦੇ ਹਾਂ, ਉਹ ਸਾਡੀ ਜਿਹੜੀ ਹੈਗੀ ਇਨਫੋਰਮੇਸ਼ਨ ਬਣ ਜਾਂਦੀ ਹੈ। ਅਗਲੀ ਗੱਲ ਹੈਗੀ ਨੀਡ ਆਫ ਇਨਫੋਰਮੇਸ਼ਨ। ਇਨਫੋਰਮੇਸ਼ਨ ਦੀ ਜਿਹੜੀ ਹੈਗੀ ਆ ਇਹ ਕੀ ਜਿਹੜੀ ਹੈਗੀ ਆ ਜ਼ਰੂਰਤ ਕੀ ਹੈਗੀ ਆ। ਵੇਖੋ, ਸਾਨੂੰ ਪਤਾ ਵਾ ਕਿ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਕੰਪਨੀਆਂ ਜਿਹੜੀਆਂ ਹੈਗੀਆਂ ਵਾ ਉਹ ਆਪਣੇ ਵਾਊਚਰ ਪਾਲਦੀਆਂ ਵਾ, ਬਿੱਲ ਜਿਹੜੇ ਹੈਗੇ ਜਨਰੇਟ ਕਰਦੀਆਂ ਵਾ। ਇਹ ਜਿਹੜੇ ਬਿੱਲ ਹੁੰਦੇ ਆ ਇਹ ਕੋਈ ਆਰਡਰ ਹੋ ਸਕਦਾ ਕਿਸੇ ਆਈਟਮ ਨੂੰ ਪਰਚੇਜ਼ ਕਰ ਲਈ, ਜਾਂ ਜਿਹੜਾ ਹੈਗਾ ਵਾ ਆਪਣੀ ਇਨਵੋਇਸ ਦਾ ਬਿੱਲ ਹੋ ਸਕਦਾ ਵਾ, ਕੋਈ ਚੀਜ਼ ਅਸੀਂ ਖਰੀਦੀ ਆ ਜਾਂ ਵੇਚੀ ਆ ਉਹਦੇ ਅਗੇਂਸਟ ਜਿਹੜਾ ਹੈਗਾ ਬਿੱਲ ਜਿਹੜਾ ਹੈਗਾ ਉਹ ਬਣ ਸਕਦਾ ਵਾ। ਹੁਣ ਜੇ ਅਸੀਂ ਸਪੋਜ਼ ਕਰੋ ਕਿਸੇ ਨੂੰ ਚੀਜ਼ ਜਿਹੜੀ ਹੈਗੀ ਵੇਚੀ ਆ, ਤੇ ਅਸੀਂ ਜਿਹੜਾ ਹੈਗਾ ਵਾ ਉਹਦੇ ਕੋਲੋਂ ਪੈਸੇ ਲੈਂਦੇ ਆ ਔਰ ਉਹਨੂੰ ਉਹ ਆਈਟਮ ਦਿੰਦੇ ਆ, ਤੇ ਉਸ ਆਈਟਮ ਦੇ ਅਗੇਂਸਟ ਜਿਹੜਾ ਹੈਗਾ ਅਸੀਂ ਪੈਸੇ ਜਿਹੜੇ ਹੈਗੇ ਉਹ ਚਾਰਜ ਕਰਦੇ ਹਾਂ। ਇਹ ਸਾਰੀ ਜਿਹੜੀ ਇਨਫੋਰਮੇਸ਼ਨ ਹੈ ਕਿ ਪਹਿਲਾਂ ਬੰਦੇ ਨੇ ਆਰਡਰ ਪਲੇਸ ਕੀਤਾ, ਫਿਰ ਅਸੀਂ ਉਹਦੇ ਆਰਡਰ ਨੂੰ ਪ੍ਰੋਸੈਸ ਕੀਤਾ, ਫਿਰ ਆਈਟਮ ਜਿਹੜੀ ਹੈਗੀ ਉਹ ਅਸੀਂ ਡਿਲੀਵਰ ਕੀਤੀ, ਉਹਦੇ ਕੋਲ ਅਸੀਂ ਪੈਸੇ ਜਿਹੜੇ ਲਏ, ਇਹਨੂੰ ਸਾਰੇ ਨੂੰ ਜਿਹੜਾ ਹੈਗਾ ਵਾ ਅਸੀਂ ਇਹ ਜਿਹੜੀ ਸਾਰੀ ਇਨਫੋਰਮੇਸ਼ਨ ਆ ਇਹਨੂੰ ਅਸੀਂ ਜਿਹੜਾ ਹੈਗਾ ਵਾ ਕੰਪਿਊਟਰ ਦੇ ਥਰੂ ਜਨਰੇਟ ਕਰਕੇ ਕੰਪਿਊਟਰ ਦੇ ਵਿੱਚ ਸਟੋਰ ਵੀ ਕਰ ਸਕਦੇ ਹਾਂ, ਔਰ ਬਿੱਲ ਦੀ ਫਾਰਮ ਦੇ ਵਿੱਚ ਅਸੀਂ ਬਿੱਲ ਜਿਹੜਾ ਹੈਗਾ ਵਾ ਉਹ ਜਿਹੜਾ ਕਸਟਮਰ ਆ ਉਹਨੂੰ ਦੇ ਸਕਦੇ ਹਾਂ। ਤੇ ਇੱਦਾਂ ਹੋਰ ਖੇਤਰਾਂ ਦੇ ਨਾਲ ਵੀ ਜਿਹੜੀ ਹੈਗੀ, ਜਿਸ ਤਰ੍ਹਾਂ ਇੱਕ ਲਾਇਬ੍ਰੇਰੀ ਹੈ ਕਿਸੇ ਕਾਲਜ ਦੀ, ਤੇ ਉਹਦੇ ਵਿੱਚ ਬਹੁਤ ਸਾਰੀਆਂ ਬੁੱਕਸ ਹੁੰਦੀਆਂ, ਉਹਨਾਂ ਸਾਰੀਆਂ ਦਾ ਜਿਹੜਾ ਹੈਗਾ ਵਾ ਜਿਹੜਾ ਰਿਕਾਰਡਸ ਹੈ ਉਹ ਕੰਪਿਊਟਰ ਦੇ ਵਿੱਚ ਰੱਖਿਆ ਜਾ ਸਕਦਾ ਵਾ। ਤਾਂ ਇਸ ਕਰਕੇ ਉੱਥੇ ਜਿਹੜਾ ਹੈਗਾ ਸਾਨੂੰ ਡਾਟਾਬੇਸ ਇਨਫੋਰਮੇਸ਼ਨ ਸਿਸਟਮ ਦੀ ਵੀ ਜ਼ਰੂਰਤ ਹੈ, ਔਰ ਤਾਂ ਕਿ ਅਸੀਂ ਇਨਫੋਰਮੇਸ਼ਨ ਨੂੰ ਪ੍ਰੋਸੈਸ ਕਰ ਸਕੀਏ। ਔਰ ਸਾਨੂੰ ਇਨਫੋਰਮੇਸ਼ਨ ਦੀ ਵੀ ਜ਼ਰੂਰਤ ਇਹ ਹੈਗੀ ਹੈ ਕਿਉਂਕਿ ਲਾਇਬ੍ਰੇਰੀ ਦਾ ਸਾਰਾ ਰਿਕਾਰਡ ਜੇ ਸਾਡੇ ਕੋਲ ਹੋਏਗਾ ਤਾਂ ਸਾਨੂੰ ਇਹ ਪਤਾ ਲੱਗ ਜਾਏਗਾ ਕੰਪਿਊਟਰ ਦੇ ਵਿੱਚੋਂ ਕਿ ਲਾਇਬ੍ਰੇਰੀ ਦੇ ਵਿੱਚ ਕਿੰਨੀਆਂ ਬੁੱਕਸ ਹੈਗੀਆਂ, ਕਿਹੜੇ ਆਥਰ ਦੀਆਂ ਕਿਹੜੀਆਂ ਬੁੱਕਸ ਹੈਗੀਆਂ, ਕਿੰਨੀਆਂ ਬੁੱਕਸ ਹੈਗੀਆਂ, ਤੇ ਕਿਹੜੇ ਸ਼ੈਲਫ ਦੇ ਉੱਤੇ ਜਿਹੜੀਆਂ ਕਿਤਾਬਾਂ ਉਹ ਪਈਆਂ ਹੋਈਆਂ। ਇਹ ਸਾਰੀ ਚੀਜ਼ਾਂ ਅਸੀਂ ਜਿਹੜੀਆਂ ਹੈਗੀਆਂ ਉਹ ਜਾਣ ਸਕਦੇ ਹਾਂ। ਇਹਦਾ ਮਤਲਬ ਹੈਗਾ ਕਿ ਕੋਈ ਵੀ ਇਨਫੋਰਮੇਸ਼ਨ ਜਿਹੜੀ ਕਿਸੇ ਵੀ ਖੇਤਰ ਦੇ ਨਾਲ ਰਿਲੇਟਡ ਆ ਉਹ ਸਾਡੇ ਵਾਸਤੇ ਬਹੁਤ ਮਹੱਤਵਪੂਰਨ ਹੁੰਦੀ ਆ, ਔਰ ਸਾਨੂੰ ਇਨਫੋਰਮੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ। ਉਸ ਇਨਫੋਰਮੇਸ਼ਨ ਦੀ ਪੂਰਤੀ ਦੇ ਨਾਲ ਅਸੀਂ ਜਿਹੜਾ ਹੈਗਾ ਡਿਸੀਜ਼ਨ ਮੇਕਿੰਗ ਫਿਊਚਰ ਦੇ ਵਿੱਚ ਕਰ ਸਕਦੇ ਹਾਂ। ਅਸੀਂ ਜਿਹੜਾ ਹੈਗਾ ਵਾ ਅਗਰ ਸਾਡੇ ਕੋਲ ਇਨਫੋਰਮੇਸ਼ਨ ਹੈਗੀ ਹੈ ਤਾਂ ਅਸੀਂ ਕਿਸੇ ਕੰਪਨੀ ਦਾ, ਕਿਸੇ ਲਾਇਬ੍ਰੇਰੀ ਦਾ, ਕਿਸੇ ਇੰਸਟੀਟਿਊਸ਼ਨ ਦਾ ਪਾਸਟ ਡਾਟਾ ਕੀ ਹੈਗਾ ਵਾ, ਕਰੰਟ ਡਾਟਾ ਕੀ ਹੈਗਾ ਵਾ, ਤੇ ਫਿਊਚਰ ਦੇ ਵਿੱਚ ਆਉਣ ਵਾਲਾ ਜਿਹੜਾ ਹੈਗਾ ਉਹਦਾ ਭਵਿੱਖ ਕੀ ਹੋਵੇਗਾ, ਇਹਦੇ ਬਾਰੇ ਅਸੀਂ ਪ੍ਰੈਡਿਕਸ਼ਨਸ ਜਿਹੜੀਆਂ ਹੈਗੀਆਂ ਉਹ ਸਾਰੀਆਂ ਕਰ ਸਕਦੇ ਹਾਂ। ਜਾਂ ਜੇ ਅਸੀਂ ਹੋਰ ਜ਼ਿਆਦਾ ਥੋੜ੍ਹਾ ਡਿਟੇਲ ਦੇ ਵਿੱਚ ਵੇਖੀਏ ਤਾਂ ਇਨਫੋਰਮੇਸ਼ਨ ਸਾਨੂੰ ਜਿਹੜੀ ਹੈਗੀ ਆ ਇਹਨਾਂ ਕੰਮਾਂ ਵਾਸਤੇ ਜਿਹੜੀ ਹੈਗੀ ਚਾਹੀਦੀ ਹੁੰਦੀ ਆ। ਨੌਲੇਜ ਨੂੰ ਗੇਨ ਕਰਨ ਵਾਸਤੇ ਆਪਣੇ ਆਲੇ ਦੁਆਲੇ ਦੀ ਨੌਲੇਜ ਜਿਹੜੀ ਹੈ, ਸਰਾਊਂਡਿੰਗਸ ਹੈਗੀਆਂ ਉਹਦੇ ਬਾਰੇ ਅਸੀਂ ਜਿਹੜੀ ਹੈਗੀ ਨੌਲੇਜ ਗੇਨ ਕਰ ਸਕਦੇ ਹਾਂ, ਸਿਸਟਮ ਨੂੰ ਅਪ ਟੂ ਡੇਟ ਰੱਖ ਸਕਦੇ ਹਾਂ। ਟੂ ਨੋ ਅਬਾਊਟ ਦਾ ਰੂਲ ਐਂਡ ਰੈਗੂਲੇਸ਼ਨਸ ਐਂਡ ਬਾਈ ਲਾਜ਼ ਆਫ ਸੋਸਾਇਟੀ, ਲੋਕਲ ਗਵਰਨਮੈਂਟ, ਪ੍ਰੋਵਿੰਸ਼ੀਅਲ ਐਂਡ ਸੈਂਟਰਲ ਗਵਰਨਮੈਂਟ, ਇਹਨਾਂ ਸਾਰਿਆਂ ਬਾਰੇ ਜਿਹੜੀ ਹੈਗੀ ਅਸੀਂ ਜਾਣਕਾਰੀ ਜਿਹੜੀ ਹੈਗੀ ਉਹ ਹਾਸਲ ਕਰ ਸਕਦੇ ਹਾਂ। ਇਸ ਕਰਕੇ ਜਿਹੜੀ ਹੈਗੀ ਆ ਇਨਫੋਰਮੇਸ਼ਨ ਦੀ ਸਾਨੂੰ ਜਿਹੜੀ ਜ਼ਰੂਰਤ ਉਹ ਪੈਂਦੀ ਹੈ। ਅਗਲੀ ਜਿਹੜੀ ਗੱਲ ਹੈਗੀ ਉਹ ਹੈਗੀ ਆ ਕਿ ਵਾਟ ਇਜ਼ ਡਿਫਰੈਂਸ ਬਿਟਵੀਨ ਡਾਟਾ, ਇਨਫੋਰਮੇਸ਼ਨ ਐਂਡ ਨੌਲੇਜ। ਡਾਟਾ ਸਾਨੂੰ ਅੱਗੇ ਵੀ ਜਿਸ ਤਰ੍ਹਾਂ ਮੈਂ ਦੱਸਿਆ ਵਾ ਕਿ ਡਾਟਾ ਜਿਹੜਾ ਹੁੰਦਾ ਇਹ ਰਾ ਫੈਕਟਸ ਹੁੰਦੇ ਆ, ਕਿਸੇ ਵੀ ਫੀਲਡ ਦੇ ਨਾਲ ਰਿਲੇਟਡ ਹੋ ਸਕਦੇ ਆ। ਜਿਵੇਂ ਮੈਂ ਕਹਿ ਦਿੰਦਾ ਵਾ ਕਿ 386, ਤਾਂ 386 ਜਿਹੜਾ ਹੈਗਾ ਇੱਕ ਨੰਬਰ ਆ, ਤਾਂ ਇਹ ਕੀ ਹੈਗਾ ਵਾ, ਇਹ ਡਾਟਾ ਵਾ। ਪਰ ਜੇ ਮੈਂ ਲਾ ਦੇਵਾਂ ਕਿ 386 ਮਾਰਕਸ, ਇਹਦਾ ਮਤਲਬ ਹੈ ਕਿ ਕਿਸੇ ਸਟੂਡੈਂਟ ਨੇ 386 ਮਾਰਕਸ ਜਿਹੜੇ ਹੈਗੇ ਉਹ ਸਿਕਿਉਰ ਕੀਤੇ ਆ, ਤੇ ਉਹ ਇੱਕ ਇਨਫੋਰਮੇਸ਼ਨ ਬਣ ਜਾਂਦੀ ਹੈ। ਤੇ ਇਸੇ ਤਰ੍ਹਾਂ ਹੀ ਜਿਹੜੀ ਇਨਫੋਰਮੇਸ਼ਨ ਨੂੰ ਜਦੋਂ ਅਸੀਂ ਜਿਹੜਾ ਹੈਗਾ ਵਾ ਗੇਨ ਕਰਦੇ ਹਾਂ ਤੇ ਉਹ ਸਾਡੇ ਵਾਸਤੇ ਨੌਲੇਜ ਬਣ ਜਾਂਦੀ ਹੈ, ਤੇ ਨੌਲੇਜ ਤੋਂ ਅਸੀਂ ਜਿਹੜੇ ਹੈਗੇ ਉਹ ਡਿਸੀਜ਼ਨ ਜਿਹੜੇ ਹੈਗੇ ਆ ਉਹ ਅਸੀਂ ਲੈ ਸਕਦੇ ਹਾਂ ਫਿਊਚਰ ਵਾਸਤੇ। ਹੁਣ ਜੇ ਵੇਖਿਆ ਜਾਵੇ ਤਾਂ ਨੌਲੇਜ ਜਿਹੜੀ ਹੈਗੀ ਉਹ ਦੋ ਤਰ੍ਹਾਂ ਦੀ ਹੁੰਦੀ ਹੈ, ਫੈਕਟ ਬੇਸਡ ਔਰ ਇਨਫੋਰਮੇਸ਼ਨ ਬੇਸਡ ਨੌਲੇਜ। ਇਨਫੋਰਮੇਸ਼ਨ ਜਿਹੜੀ ਹੈਗੀ ਕਿਸੇ ਵੀ ਫੀਲਡ ਦੇ ਨਾਲ ਜਿਹੜੀ ਹੈਗੀ ਆ ਉਹ ਰਿਲੇਟਡ ਹੋ ਸਕਦੀ ਹੈ। ਕੋਈ ਅਸੀਂ ਐਕਸਪੈਰੀਮੈਂਟਸ ਕੀਤੇ ਆ, ਕੋਈ ਰੂਲਸ ਜਿਹੜੇ ਹੈਗੇ ਅਸੀਂ ਅਪਲਾਈ ਕੀਤੇ ਆ, ਰੈਗੂਲੇਸ਼ਨਸ ਅਪਲਾਈ ਕੀਤੀਆਂ ਵਾ, ਤੇ ਉਹਨਾਂ ਦੇ ਨਾਲ ਸੰਬੰਧਿਤ ਜਿਹੜੀ ਹੈਗੀ ਹੈ ਨੌਲੇਜ ਹੋ ਸਕਦੀ ਹੈ। ਜਾਂ ਹਿਊਰਿਸਟਿਕ ਨੌਲੇਜ ਉਹ ਹੈਗੀ ਹੈ ਜਿਹੜੀ ਸਾਨੂੰ
ਪ੍ਰੈਕਟਿਸ ਕਰਕੇ ਐਕਸਪੀਰੀਅੰਸ ਦੇ ਨਾਲ ਜਿਹੜੀ ਹੈਗੀ ਸਾਨੂੰ ਆਉਂਦੀ ਆ ਤੇ ਅਸੀਂ ਜਿਹੜੀ ਹੈਗੀ ਆ ਉਹ ਗੇਨ ਕਰਦੇ ਹਾਂ, ਉਹਨੂੰ ਅਸੀਂ ਕਹਿੰਦੇ ਹਾਂ ਹਿਊਰਿਸਟਿਕ ਨੌਲੇਜ। ਅਗਲੀ ਗੱਲ ਆ ਗਈ ਫਿਰ ਕਿ ਵਾਟ ਇਜ਼ ਡਿਫਰੈਂਸ ਬਿਟਵੀਨ ਡਾਟਾ ਐਂਡ ਇਨਫੋਰਮੇਸ਼ਨ। ਡਾਟਾ ਜਿਹੜਾ ਹੈਗਾ ਵਾ ਇਹ ਰਾ ਫੈਕਟਸ ਹੁੰਦੇ ਆ, ਜਦੋਂ ਅਸੀਂ ਇਹਨੂੰ ਪ੍ਰੋਸੈਸ ਕਰ ਲੈਂਦੇ ਆ ਡਾਟੇ ਨੂੰ ਵਿੱਚ ਜਿਹੜਾ ਅਸੀਂ ਕੰਪਿਊਟਰ ਦੇ ਵਿੱਚ ਇਨਪੁੱਟ ਦੇ ਰੂਪ ਦੇ ਵਿੱਚ ਦਿੰਦੇ ਆ ਤੇ ਅਸੀਂ ਇਹਨੂੰ ਪ੍ਰੋਸੈਸ ਕਰਦੇ ਆ ਤੇ ਉਹ ਜਿਹੜਾ ਹੈਗਾ ਸਾਡੀ ਇਨਫੋਰਮੇਸ਼ਨ ਜਾਂ ਸਾਡਾ ਆਊਟਪੁੱਟ ਬਣ ਜਾਂਦਾ ਵਾ। ਤੇ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਇਹ ਸਾਡੀ ਵੈਲ ਔਰਗੇਨਾਈਜ਼ਡ ਜਿਹੜੀ ਹੈਗੀ ਆ ਹੁੰਦੀ ਆ। ਅਸੀਂ ਕਹਿ ਸਕਦੇ ਹਾਂ ਕਿ ਜਦੋਂ ਅਸੀਂ ਫੈਕਟਸ ਨੂੰ ਵੈਲ ਔਰਗੇਨਾਈਜ਼ ਕਰ ਲੈਂਦੇ ਆ ਔਰ ਉਹਨਾਂ ਨੂੰ ਅੰਡਰਸਟੈਂਡ ਕਰਨਾ ਸੌਖਾ ਹੋ ਜਾਂਦਾ, ਉਹਨੂੰ ਅਸੀਂ ਕਹਿ ਦਿੰਦੇ ਕਿ ਇਨਫੋਰਮੇਸ਼ਨ। ਤੇ ਜੇ ਅਸੀਂ ਹੋਰ ਡਿਟੇਲ ਦੇ ਵਿੱਚ ਵੇਖੀਏ ਤੇ ਅਸੀਂ ਜਿਹੜਾ ਹੈਗਾ ਡਾਟਾ ਤਾਂ ਇਨਫੋਰਮੇਸ਼ਨ ਦਾ ਕੰਪੈਰੀਜ਼ਨ ਕਰ ਸਕਦੇ। ਡਾਟਾ ਇਜ਼ ਰਾ ਫੈਕਟ ਐਂਡ ਫਿਗਰਸ, ਇਨਫੋਰਮੇਸ਼ਨ ਇਜ਼ ਏ ਪ੍ਰੋਸੈਸਡ ਫਾਰਮ ਆਫ ਡਾਟਾ। Data is not significant to business and of itself. Information is significant to a business and of itself. For example, 23 is insignificant for business, but age 23 is significant for a business like music. Data are atomic level pieces of information. Information is a collection of data. ਸੋ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਵਾ ਡਾਟੇ ਤੋਂ ਅਸੀਂ ਇਨਫੋਰਮੇਸ਼ਨ ਜਿਹੜੀ ਹੈਗੀ ਆ ਉਹ ਜਨਰੇਟ ਕਰ ਲੈਂਦੇ ਹਾਂ। ਅਗਲੀ ਗੱਲ ਹੈਗੀ ਹੈ ਕਿ ਡਾਟਾਬੇਸ ਕੀ ਹੁੰਦਾ ਵਾ। ਡਾਟਾਬੇਸ ਜਿਹੜਾ ਹੈਗਾ ਵਾ ਇਹ ਹੈਗਾ ਵਾ ਕਿ ਜਿਹੜੀਆਂ ਅੰਕੜਿਆਂ ਦੇ ਨਾਲ ਰਿਲੇਟਡ ਫਾਈਲਸ ਹੁੰਦੀਆਂ ਵਾ ਜਾਂ ਜਿਹੜੀਆਂ ਡਾਟੇ ਦੇ ਨਾਲ ਰਿਲੇਟਡ ਫਾਈਲਸ ਹੁੰਦੀਆਂ ਉਹਨਾਂ ਨੂੰ ਜਦੋਂ ਅਸੀਂ ਇਕੱਠਿਆਂ ਕਰ ਲੈਂਦੇ ਇੱਕ ਜਗ੍ਹਾ ਦੇ ਉੱਤੇ ਉਹ ਜਿਹੜਾ ਹੈਗਾ ਡਾਟਾਬੇਸ ਬਣ ਜਾਂਦਾ। ਜਿਸ ਤਰ੍ਹਾਂ ਇਸ ਫਿਗਰ ਦੇ ਵਿੱਚ ਸਟੂਡੈਂਟ ਡੇਟਾ 1 ਇੱਕ ਜਿਹੜਾ ਹੈਗਾ ਵਾ ਇੱਕ ਸਟੂਡੈਂਟ ਡੇਟਾ 1 ਇੱਕ ਫਾਈਲ ਹੈ, ਇੱਕ ਸਟੂਡੈਂਟ ਡੇਟਾ 2 ਫਾਈਲ ਆ, ਠੀਕ ਹੈ। ਤੇ ਇਹਦੇ ਤੋਂ ਜਿਹੜੀ ਹੈਗੀ ਅਸੀਂ ਇੱਕ ਫਾਈਲ ਜਨਰੇਟ ਕਰ ਲਈ ਸਟੂਡੈਂਟ ਫਾਈਲ, ਠੀਕ ਹੈ। ਤੇ ਇੱਕ ਹੈਗੀ ਟੀਚਰ ਡੇਟਾ 1 ਟੀਚਰ ਡੇਟਾ 2 ਆ ਤੇ ਇਹਦੀ ਵੀ ਅਸੀਂ ਇੱਕ ਜਿਹੜੀ ਫਾਈਲ ਬਣਾ ਲਈ ਟੀਚਰ ਫਾਈਲ ਬਣਾ ਲਈ। ਉਹਨਾਂ ਦੋਨਾਂ ਨੂੰ ਸਟੂਡੈਂਟ ਫਾਈਲ ਨੂੰ ਤੇ ਟੀਚਰ ਫਾਈਲ ਨੂੰ ਅਸੀਂ ਜਿਹੜਾ ਹੈਗਾ ਵਾ ਇੱਕ ਜਗ੍ਹਾ ਜਿਹੜਾ ਹੈਗਾ ਵਾ ਕੰਪਿਊਟਰ ਦੀ ਹਾਰਡ ਡਿਸਕ ਦੇ ਉੱਤੇ ਜਿਹੜਾ ਹੈਗਾ ਉਹ ਰੱਖ ਲਿਆ। ਤੇ ਇਹ ਕੀ ਹੈਗਾ ਵਾ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਸਟੂਡੈਂਟ ਫਾਈਲ ਜਾਂ ਟੀਚਰ ਫਾਈਲ ਨੂੰ ਅਸੀਂ ਸਟੋਰ ਕਰ ਲਿਆ। ਅਸੀਂ ਕਹਿ ਸਕਦੇ ਹਾਂ ਕਿ ਇਹ ਸਾਡਾ ਕੀ ਹੈਗਾ ਇੱਕ ਡਾਟਾਬੇਸ ਬਣ ਗਿਆ ਜਿਹੜਾ ਸਟੂਡੈਂਟ ਦੇ ਨਾਲ ਤੇ ਟੀਚਰ ਦੇ ਨਾਲ ਰਿਲੇਟਡ ਹੈਗਾ ਵਾ। ਅਸੀਂ ਕਹਿ ਸਕਦੇ ਹਾਂ ਕਿ ਡਾਟਾਬੇਸ ਇਜ਼ ਏ ਕਲੈਕਸ਼ਨ ਆਫ database files and each files contains the records related with the student, related with the teacher or related with any other field. ਤੇ ਅਗਲਾ ਜਿਹੜਾ ਹੈਗਾ ਗੱਲ ਹੈਗੀ ਸਾਡੀ ਜਦੋਂ ਅਸੀਂ ਡੇਟਾਬੇਸ ਦੀ ਗੱਲ ਕਰ ਸਕਦੇ ਹਾਂ ਅਗਲੀ ਗੱਲ ਆ ਜਾਂਦੀ ਕਾਮਨਲੀ ਪਰਫਾਰਮਡ ਆਪਰੇਸ਼ਨਸ ਔਨ ਡੇਟਾਬੇਸ। ਡੇਟਾਬੇਸ ਉੱਤੇ ਅਸੀਂ ਕਿਹੜੇ ਆਪਰੇਸ਼ਨਸ ਆ ਜਿਹੜੇ ਅਸੀਂ ਉਹ ਕਰ ਸਕਦੇ ਹਾਂ। ਡੇਟਾਬੇਸ ਅਸੀਂ ਆਪਰੇਸ਼ਨ ਇੰਸਰਟ ਦਾ ਮਤਲਬ ਹੈ ਕਿ ਅਸੀਂ ਰਿਕਾਰਡ ਨਵੇਂ ਇੰਸਰਟ ਕਰ ਸਕਦੇ ਹਾਂ। ਅਪਡੇਸ਼ਨ ਦਾ ਮਤਲਬ ਹੈਗਾ ਕਿ ਅਸੀਂ ਰਿਕਾਰਡਸ ਨੂੰ ਮੋਡੀਫਾਈ ਕਰ ਸਕਦੇ ਹਾਂ। ਡਿਲੀਟ ਦਾ ਮਤਲਬ ਹੈਗਾ ਕਿ ਅਸੀਂ ਕਿਸੇ ਵੀ ਰਿਕਾਰਡ ਨੂੰ ਕਿਸੇ ਪਰਟੀਕੂਲਰ ਮੂਵਮੈਂਟ ਡਿਲੀਟ ਕਰ ਸਕਦੇ ਹਾਂ ਜਾਂ ਅਸੀਂ ਇਨਫੋਰਮੇਸ਼ਨ ਨੂੰ ਰਿਟਰੀਵ ਕਰ ਸਕਦੇ ਹਾਂ ਜਾਂ ਅਸੀਂ ਇਨਫੋਰਮੇਸ਼ਨ ਨੂੰ ਸੌਰਟ ਕਰ ਸਕਦੇ ਹਾਂ। ਸੌਰਟ ਦਾ ਮਤਲਬ ਹੈਗਾ ਕਿ ਇਨਫੋਰਮੇਸ਼ਨ ਨੂੰ ਅਸੈਂਡਿੰਗ ਜਾਂ ਡਿਸੈਂਡਿੰਗ ਆਰਡਰ ਦੇ ਵਿੱਚ ਜਿਹੜਾ ਹੈਗਾ ਅਸੀਂ ਉਹ ਜਿਹੜਾ ਹੈਗਾ ਵਾ ਲਿਖ ਸਕਦੇ ਹਾਂ। ਤੋ ਪਿਆਰੇ ਵਿਦਿਆਰਥੀਓ ਇਹ ਜਿੰਨੀਆਂ ਗੱਲਾਂ ਮੈਂ ਤੁਹਾਨੂੰ ਦੱਸੀਆਂ ਵਾ ਤੁਸੀਂ ਇਹਨਾਂ ਗੱਲਾਂ ਨੂੰ ਧਿਆਨ ਨਾਲ ਸੁਣਨਾ ਤੇ ਤੁਸੀਂ ਜਿਹੜੀ ਹੈਗੀ ਆ ਇਹ ਜਿਹੜੇ ਫੈਕਟਸ ਹੈਗੇ ਆ ਜਾਂ ਇਹ ਜਿਹੜੀਆਂ ਗੱਲਾਂ ਹੈਗੀਆਂ ਵਾ ਡੇਟਾਬੇਸ ਮੈਨੇਜਮੈਂਟ ਰਿਲੇਟਡ ਸਿਸਟਮ ਦੇ ਨਾਲ ਰਿਲੇਟਡ ਇਹ ਤੁਸੀਂ ਜਿਹੜੀਆਂ ਹੈਗੀਆਂ ਵਾ ਜਾਣ ਜਾਓਗੇ।